ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਗਵੰਤ ਮਾਨ ਨੂੰ ਲੈ ਕੇ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਲਈ ਹੈ। ਇੱਕ ਵਾਰ ਫਿਰ ਤੋਂ ਵੱਡਾ ਕਦਮ ਚੁੱਕ ਦਿੱਤਾ ਭਗਵੰਤ ਮਾਨ ਨੇ। ਕੀ ਉਹ ਕਦਮ ਹੈ ਉਹ ਵੀ ਤੁਹਾਨੂੰ ਦੱਸਾਂਗੇ। ਆਖਿਰ ਭਗਵੰਤ ਮਾਨ ਦੂਰੀ ਬਣਾ ਕਿਉਂ ਰਹੇ ਨੇ ਆਮ ਆਦਮੀ ਪਾਰਟੀ ਤੋਂ? ਕੀ ਭਗਵੰਤ ਮਾਨ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਜਾ ਰਹੇ ਨੇ? ਤੇ ਜੇਕਰ ਵਾਕਈ ਅਜਿਹੀ ਗੱਲ ਹੈ ਤਾਂ ਫਿਰ ਭਗਵੰਤ ਮਾਨ ਜਾਣਗੇ ਕਿਸ ਪਾਸੇ? ਕੀ ਕਿਸੇ ਵੱਡੀ ਪਾਰਟੀ ਦੇ ਨਾਲ ਭਗਵੰਤ ਮਾਨ ਦੀ ਗੱਲਬਾਤ ਚੱਲਦੀ ਹੋ ਸਕਦੀ ਹੈ? ਗੰਢ ਧੁੱਪ ਹੋ ਸਕਦੀ ਹੈ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ ਤੋਂ ਕੈਪਟਨ ਸਰਕਾਰ ਘੇਰੀ ਹੈ। ਕੀ ਕਹਿੰਦੇ ਨੇ ਸੁਖਜਿੰਦਰ ਸਿੰਘ ਰੰਧਾਵਾ? ਇਸ ਵਾਰ ਸਰਕਾਰ ਘੇਰਨ ਦਾ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉੱਥੇ ਹੀ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਮੱਦੇਨਜ਼ਰ ਵੱਡਾ ਬਿਆਨ ਆਇਆ ਕਿਸਾਨਾਂ ਦੇ ਸੰਬੰਧ ਦੇ ਵਿੱਚ। ਕੀ ਕੁਝ ਕਹਿੰਦੇ ਨੇ ਗੁਰਨਾਮ ਚੜੂਨੀ, ਉਸ ਤੇ ਵੀ ਵਿਸਤਾਰਪੂਰਵਕ ਚਰਚਾ ਕਰਾਂਗੇ। ਤੇ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਭੀਮੇਂਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ। ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ। ਭਗਵੰਤ ਮਾਨ ਲਗਾਤਾਰ ਨਾਰਾਜ਼ ਚੱਲੇ ਆ ਰਹੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਮੀਡੀਆ ਦੇ ਵਿੱਚ ਆਪਾਂ ਹੀ ਇਹ ਖਬਰ ਜਿਹੜੀ ਆ ਉਹ ਬ੍ਰੇਕ ਕੀਤੀ ਸੀ। ਉਦੋਂ ਬਹੁਤ ਸਾਰੇ ਅਦਾਰੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਆਮ ਲੋਕ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਤੇ ਹੁਣ ਤੇ ਖੁੱਲ੍ਹੇਆਮ ਹੀ ਹੋ ਗਿਆ ਕਿ ਭਗਵੰਤ ਮਾਨ ਸਿੱਧੇ ਤੌਰ ਤੇ ਨਾਰਾਜ਼ ਚੱਲ ਰਹੇ ਨੇ ਕੇਜਰੀਵਾਲ ਦੇ ਨਾਲ, ਆਮ ਆਦਮੀ ਪਾਰਟੀ ਦੇ ਨਾਲ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ। ਤਾਂ ਹੁਣ ਇੱਕ ਵਾਰ ਫਿਰ ਤੋਂ ਨਾਰਾਜ਼ਗੀ ਸਾਹਮਣੇ ਆਈ ਹੈ। ਭਗਵੰਤ ਮਾਨ ਨੇ ਵੱਡੀ ਮੀਟਿੰਗ ਤੋਂ ਜਿਹੜਾ ਕਾਰਜਕਾਰਨੀ ਮੀਟਿੰਗ ਦੇ ਵਿੱਚੋਂ ਜਿਹੜੀ ਹੈ ਉਹ ਗੈਰ ਹਾਜ਼ਰੀ ਰੱਖੀ ਹੈ, ਉਸ ਦੇ ਵਿੱਚ ਪਹੁੰਚੇ ਨਹੀਂ। ਇਸ ਮੀਟਿੰਗ ਦਾ ਅਹਿਮ ਕਾਰਨ ਇਹ ਸੀਗਾ ਕਿ ਇਸ ਦੇ ਵਿੱਚ ਕੌਮੀ ਕਾਰਜਕਾਰਨੀ ਸੀਗੀ ਇਹ, ਤੇ ਇਹਦੇ ਵਿੱਚ ਕੌਮੀ ਪ੍ਰਧਾਨ ਚੁਣਿਆ ਜਾਣਾ ਸੀ। ਜਦਕਿ ਪਹਿਲਾਂ ਪ੍ਰਧਾਨ ਅਰਵਿੰਦ ਕੇਜਰੀਵਾਲ ਸੀ ਤੇ ਹੁਣ ਵੀ ਅਰਵਿੰਦ ਕੇਜਰੀਵਾਲ ਚੁਣੇ ਗਏ ਨੇ। ਤੇ ਸੂਬਾ ਪ੍ਰਧਾਨ ਦਾ, ਪੰਜਾਬ ਸੂਬੇ ਦੇ ਪ੍ਰਧਾਨ ਦਾ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ, ਜਦਕਿ ਇਸ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾਣਾ ਸੀ, ਅਹਿਮ ਸਲਾਹ ਲਈਆਂ ਜਾਣੀਆਂ ਸੀ, ਫਿਰ ਵੀ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਕਿੱਧਰਲਾ ਪਾਸਾ ਸਿਆਸਤ ਦਾ ਜਿਹੜਾ ਦਿਖ ਰਿਹਾ ਹੈ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਸਰ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ? ਸੁਖਵਿੰਦਰ ਜੀ, ਦੇਖੋ, ਭਗਵੰਤ ਮਾਨ ਵਾਹਿਦ ਇੱਕ ਐਸੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਬਹੁਤ ਭਰੋਸਾ ਕੀਤਾ ਗਿਆ। ਔਰ ਹੁਣ ਤੱਕ ਜੇ ਆਪਾਂ ਕਹਿ ਸਕਦੇ ਹਾਂ ਕਿ ਲਗਭਗ 7-8 ਸਾਲ ਜਿਹੜੇ ਪਿਛਲੇ, ਜਦੋਂ ਤੋਂ ਉਹਨਾਂ ਨੇ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ, ਫਾਊਂਡਰ ਮੈਂਬਰਾਂ ਦੇ ਵਿੱਚੋਂ ਗਿਣੇ ਜਾਂਦੇ ਆ। ਔਰ ਉਹਨਾਂ ਦੀਆਂ ਜੇ ਆਪਾਂ ਕੰਟਰੀਬਿਊਸ਼ਨਸ ਗਿਣੀਏ ਤਾਂ ਬਹੁਤ ਵੱਡੀਆਂ ਕੰਟਰੀਬਿਊਸ਼ਨ ਨੇ। ਖਾਸ ਤੌਰ ਤੇ ਜਦੋਂ ਵੀ ਚਾਹੇ ਉਹ 17 ਦੀਆਂ ਚੋਣਾਂ ਹੋਈਆਂ, ਚਾਹੇ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਲੋਕ ਸਭਾ ਦੇ ਵਿੱਚ ਉਹ ਪਹਿਲੀ ਵਾਰੀ ਜਿੱਤੇ ਸੀਗੇ। ਔਰ ਸਭ ਤੋਂ ਵੱਡੀ ਲੀਡ ਲੈ ਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਰਿਕਾਰਡ ਉਹਨਾਂ ਨੇ ਲਗਭਗ 2.5 ਲੱਖ ਗਿਣਤੀ ਦੇ ਉੱਤੇ ਉਹ ਜਿੱਤੇ ਸੀਗੇ ਸੰਗਰੂਰ ਤੋਂ। ਸੋ ਉਸ ਤੋਂ ਬਾਅਦ ਫਿਰ ਲਗਾਤਾਰ ਦੂਜੀ ਵਾਰ ਜਿੱਤੇ। ਤੋ ਇਸ ਤੋਂ ਇਲਾਵਾ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਰੈਲੀਆਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ, ਔਰ ਲਗਭਗ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਵੱਡੇ ਲੀਡਰ ਉਹ ਆਮ ਆਦਮੀ ਪਾਰਟੀ ਦੇ ਉੱਭਰ ਰਹੇ ਨੇ, ਔਰ ਉੱਭਰੇ ਵੀ ਹੈ। ਔਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਉਹਨਾਂ ਨੂੰ ਜ਼ਿੰਮੇਵਾਰੀ ਪ੍ਰਧਾਨਗੀ ਦੀ ਪੰਜਾਬ ਦੀ ਉਹਨਾਂ ਨੂੰ ਦਿੱਤੀ ਹੈ। ਔਰ ਇਸ ਪ੍ਰਧਾਨਗੀ ਨੂੰ ਵੀ ਉਹਨਾਂ ਨੇ ਬਹੁਤ ਬਾਖੂਬੀ ਨਿਭਾਇਆ। ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਰਹੀਆਂ ਨੇ ਉਹ ਬਹੁਤ ਹੀ ਪਾਰਟੀ ਦੇ ਹੱਕ ਦੇ ਵਿੱਚ, ਔਰ ਖਾਸ ਤੌਰ ਤੇ ਆਪਾਂ ਜਦੋਂ ਚਿਹਰਾ ਕਹਿੰਦੇ ਹਾਂ ਕਿ ਨੈਸ਼ਨਲ ਲੈਵਲ ਦਾ ਚਿਹਰਾ ਜੇ ਲੋਕ ਸਭਾ ਦੇ ਵਿੱਚ ਕੋਈ ਹੈ ਤਾਂ ਲਾਜ਼ਮੀ ਤੌਰ ਤੇ ਭਗਵੰਤ ਮਾਨ ਆਮ ਆਦਮੀ ਦਾ ਚਿਹਰਾ ਬਣੇ ਨੇ। ਔਰ ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੇ ਆਪਾਂ ਕਹਿੰਦੇ ਆ ਕਿ 13 MP ਨੇ ਤਾਂ ਲਾਜ਼ਮੀ ਤੌਰ ਤੇ ਸਭ ਤੋਂ ਵੱਧ ਜੋ ਵੋਕਲ ਹੋ ਕੇ ਬੋਲੇ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਭਗਵੰਤ ਮਾਨ ਹੀ ਰਹੇ ਨੇ। ਸੋ ਇਹ ਸਾਰੇ ਰਿਕਾਰਡ ਦਾ ਨੂੰ ਗਣਾਉਣ ਦਾ ਮਤਲਬ ਇਹੀ ਸੀਗਾ ਕਿ ਭਗਵੰਤ ਮਾਨ ਪਿਛਲੇ 7-8 ਸਾਲਾਂ ਦੇ ਵਿੱਚ ਇੱਕ ਵੱਡੇ ਨੇਤਾ ਦੇ ਤੌਰ ਤੇ ਪੰਜਾਬ ਦੇ ਉੱਭਰੇ ਨੇ। ਔਰ ਦੂਜੇ ਪਾਸੇ ਜਦੋਂ ਗੱਲ ਮੁੱਖ ਮੰਤਰੀ ਦੀ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਆਪਾਂ ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਹੋਰਾਂ ਦੇ ਬਿਆਨ ਆਏ ਸੀਗੇ ਕਿ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਉਹ ਅਨੁਸ਼ਾਸਨ ਹੁੰਦਾ। ਉਹ ਜੇਕਰ ਤੁਸੀਂ ਅਨੁਸ਼ਾਸਨ ਨੂੰ ਭੰਗ ਕਰਦੇ ਹੋ ਤਾਂ ਲਾਜ਼ਮੀ ਤੌਰ ਤੇ ਚਾਹੇ ਤੁਸੀਂ ਕਿੱਡੇ ਵੀ ਵੱਡੇ ਨੇਤਾ ਹੋ
ਤਾਂ ਉਹਦਾ ਨੁਕਸਾਨ ਪਾਰਟੀ ਨੂੰ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਨੂੰ ਆਪਣੀ ਜਿਹੜੀ ਹੈਗੀ ਆ ਉਸ ਛਵੀ ਨੂੰ ਬਚਾਉਣਾ ਚਾਹੀਦਾ ਹੈ, ਉਸ ਛਵੀ ਨੂੰ ਸਗੋਂ ਉੱਪਰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਔਰ ਉਹ ਤਾਂ ਹੀ ਹੋਏਗਾ ਜੇਕਰ ਉਹ ਪਾਰਟੀ ਦਾ ਅਨੁਸ਼ਾਸਨ ਮੰਨਣਗੇ, ਕਿਉਂਕਿ ਆਪਾਂ ਵੇਖਦੇ ਹਾਂ ਕਿ ਜਿਹੜੀ ਪੋਲੀਟੀਕਲ ਜਿਹੜੀ ਨੌਲੇਜ ਹੁੰਦੀ ਹੈ ਉਹਦੇ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ। ਔਰ ਇਹ ਤਾਂ ਹੁੰਦਾ ਨਹੀਂ ਕਿ ਤੁਹਾਡੇ ਮਨ ਦੀ ਮੰਨ ਲਓ ਇੱਛਾ ਹੈ ਕਿ ਮੈਂ ਮੁੱਖ ਮੰਤਰੀ ਬਣਾਂਗਾ, ਪਰ ਉਹ ਮੁੱਖ ਮੰਤਰੀ ਤਾਂ ਹੀ ਤੁਹਾਡੀ ਇੱਛਾ ਪੂਰੀ ਹੋਏਗੀ ਜੇਕਰ ਪਾਰਟੀ ਤੁਹਾਡੇ ਨਾਲ ਹੈ, ਜੇਕਰ ਹਾਈ ਕਮਾਂਡ ਤੁਹਾਡੇ ਨਾਲ ਹੈ, ਜੇਕਰ ਵਲੰਟੀਅਰ ਤੁਹਾਡੇ ਨਾਲ ਨੇ, ਜੇਕਰ ਪੰਜਾਬ ਦੇ ਲੋਕ ਤੁਹਾਡੇ ਨਾਲ ਨੇ। ਜਿਵੇਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਬਿਆਨ ਹੈ ਕਿ ਭਾਈ ਤੁਸੀਂ ਕਿਸੇ ਅਹੁਦੇ ਦੀ ਆਸ ਨਾ ਰੱਖੋ, ਜੇ ਕੰਮਕਾਜ ਕਰਨਾ ਹੈ ਤਾਂ ਏਦਾਂ ਹੀ ਕਰੋ, ਤਾਂ ਉਸ ਬਿਆਨ ਤੋਂ ਬਾਅਦ ਕਹਿੰਦੇ ਭਗਵੰਤ ਮਾਨ ਹੋਰ ਵੀ ਜਿਹੜੇ ਆ ਉਹ ਨਾਰਾਜ਼ ਹੋ ਗਏ। ਦੇਖੋ ਮੇਰੀ ਗੱਲ ਮੈਂ ਕਹਿਣਾ ਚਾਹਣਾ ਕਿ ਦੇਖੋ ਉਹ ਆਪ ਵੀ ਇਹ ਗੱਲਾਂ ਕਰਦੇ ਰਹੇ ਨੇ। ਜਦੋਂ ਆਪਾਂ ਖਹਿਰਾ ਸਾਹਿਬ ਨੂੰ ਪਾਰਟੀ ਤੋਂ ਬਾਹਰ ਭੇਜਣ ਦੀ ਗੱਲ ਸੀਗੀ ਤਾਂ ਉਹਨਾਂ ਨੂੰ ਕਿਉਂ ਕੱਢਿਆ ਗਿਆ ਪਾਰਟੀ ਚੋਂ ਬਾਹਰ? ਉਹ ਇਸ ਲਈ ਕਿਉਂਕਿ ਉਹਨਾਂ ਨੇ ਅਨੁਸ਼ਾਸਨ ਭੰਗ ਕੀਤਾ ਸੀਗਾ। ਜੇਕਰ ਤੁਸੀਂ ਮੈਂ ਇਹੀ ਗੱਲ ਜਿਹੜੀ ਫੋਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਬਿਲਕੁਲ ਪੱਲੇ ਬੰਨਣੀ ਚਾਹੀਦੀ ਹੈ ਕਿ ਅਨੁਸ਼ਾਸਨ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ। ਜੇਕਰ ਕੋਈ ਤੁਹਾਡੇ ਤੋਂ ਵੱਡਾ ਲੀਡਰ, ਜੇ ਕੋਈ ਨੈਸ਼ਨਲ ਲੈਵਲ ਦਾ ਲੀਡਰ ਕੋਈ ਇਦਾਂ ਦੀ ਗੱਲ ਕਰਦਾ ਹੈ ਕਿ ਆਪਾਂ ਨੂੰ ਅਹੁਦਿਆਂ ਤੋਂ ਉੱਪਰ ਉੱਠ ਕੇ ਜਿਹੜੀ ਹੈਗੀ ਗੱਲ ਕਰਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ, ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਕਾਰਨ ਜ਼ਰੂਰ ਹੈਗੇ ਨੇ, ਕੋਈ ਨਾ ਕੋਈ ਤੰਤ ਜ਼ਰੂਰ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜਿਹੜੇ ਸਾਡੇ ਵੱਡੇ ਲੀਡਰ ਨੇ ਜਾਂ ਪਾਰਟੀ ਦੀ ਜਿਹੜੇ ਅਨੁਸ਼ਾਸਨਬੱਧਤਾ ਹੈ, ਜੇਕਰ ਅਸੀਂ ਉਹਨੂੰ ਭੰਗ ਕਰਾਂਗੇ, ਜੇਕਰ ਉਹਨੂੰ ਅਸੀਂ ਤੋੜਾਂਗੇ ਔਰ ਆਪਣੀ ਨਾਰਾਜ਼ਗੀ ਜ਼ਾਹਰ ਕਰਾਂਗੇ। ਔਰ ਜਿਵੇਂ ਤੁਸੀਂ ਵੀ ਕਿਹਾ ਕਿ ਇੱਕ ਵੱਡੀ ਮੀਟਿੰਗ ਕੱਲ ਹੋਈ ਹੈ ਔਰ ਉਸ ਵੱਡੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਬਣਦਾ ਸੀ ਭਗਵੰਤ ਮਾਨ ਦਾ, ਔਰ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈਗੀ ਹੈ ਉਹ ਪ੍ਰੈਸ ਦੇ ਵਿੱਚ ਵੀ ਆਈ ਹੈ, ਜ਼ਾਹਿਰ ਹੋਈ ਹੈ। ਸੋ ਉਹ ਜਿਹੜੀ ਹੈਗੀ ਹੈ ਇਦਾਂ ਦੀ ਜਿਹੜੀ ਗੈਰ ਹਾਜ਼ਰੀ ਹੈ ਉਹਨਾਂ ਦੀ, ਇਹ ਲੋਕਾਂ ਨੂੰ ਵੀ ਪਸੰਦ ਨਹੀਂ ਹੈ। ਔਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਪਾਰਟੀ ਦੇ ਵੱਡੇ ਨੇਤਾ ਹੋਣ ਦੇ ਨਾਤੇ ਉਹਨਾਂ ਨੂੰ ਇਦਾਂ ਦੀਆਂ ਮੀਟਿੰਗਾਂ ਅਟੈਂਡ ਜ਼ਰੂਰ ਕਰਨੀਆਂ ਚਾਹੀਦੀਆਂ ਨੇ। ਹਾਂ, ਤੁਹਾਡੇ ਅੰਦਰ ਕੋਈ ਨਾਰਾਜ਼ਗੀ ਹੋ ਸਕਦੀ ਹੈ, ਉਹ ਤੁਸੀਂ ਨਾਰਾਜ਼ਗੀ ਰੱਖੋ, ਉਹ ਆਪਣੀ ਗੱਲ ਜਿਹੜੀ ਹੈਗੀ ਹੈ ਅੰਦਰ ਰਹਿ ਕੇ, ਮੈਂ ਨਹੀਂ ਕਹਿੰਦਾ ਕਿ ਬਾਹਰ ਰਹਿ ਕੇ, ਅੰਦਰ ਰਹਿ ਕੇ ਪਾਰਟੀ ਦੇ ਵੱਖ-ਵੱਖ ਨੇਤਾਵਾਂ ਨਾਲ ਤੁਸੀਂ ਗੱਲ ਰੱਖੋ। ਪਰ ਇਦਾਂ ਦੀ ਨਾਰਾਜ਼ਗੀ ਸ਼ੋਅ ਕਰਕੇ ਇਹ ਦੱਸਣਾ ਕਿ ਮੈਂ ਤੁਹਾਡੇ ਨਾਲ ਨਾਰਾਜ਼ ਹਾਂ, ਪ੍ਰੈਸ ਦੇ ਵਿੱਚ ਲੋਕਾਂ ਨੂੰ ਮੌਕਾ ਦੇਣਾ ਬੋਲਣ ਦਾ, ਸੋ ਇਹ ਇੱਕ ਚੰਗੇ ਲੀਡਰ ਦੀ ਜਿਹੜੀ ਹੈਗੀ ਹੈ ਉਹ ਪਛਾਣ ਨਹੀਂ ਹੋ ਸਕਦੀ। ਸੋ ਜਿਵੇਂ ਆਪਾਂ ਪਹਿਲਾਂ ਵੀ ਕਿਹਾ, ਦੂਰੀਆਂ ਜਿਹੜੀਆਂ ਨੇ ਇਹ ਪਾੜ ਵੀ ਬਣ ਸਕਦੀਆਂ ਨੇ, ਇਹ ਦੂਰੀਆਂ ਜਿਹੜੀਆਂ ਚੱਲ ਰਹੀਆਂ ਨੇ ਇਹ ਪਾੜ ਵੀ ਬਣ ਸਕਦੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫਾ ਵੀ ਦੇ ਸਕਦੇ ਭਗਵੰਤ ਮਾਨ, ਆਮ ਆਦਮੀ ਪਾਰਟੀ ਤੋਂ ਵੱਖ ਵੀ ਹੋ ਸਕਦੇ ਆ ਜਿਸ ਤਰੀਕੇ ਦੀਆਂ ਦੂਰੀਆਂ ਬਣ ਗਈਆਂ ਨੇ। ਸੁਖਿੰਦਰ ਜੀ ਦੇਖੋ ਇਦਾਂ ਦੀਆਂ ਬਹੁਤ ਘੱਟ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ, ਔਰ ਇਹਦੇ ਨਾਲ ਮੰਨ ਲਓ ਆਪਾਂ ਕਹਿੰਦੇ ਆ ਕਿ ਦੂਰੀਆਂ ਹੋਰ ਜ਼ਿਆਦਾ ਵੱਧਦੀਆਂ ਨੇ ਤਾਂ ਨੁਕਸਾਨ ਕਿਹਦਾ ਹੋਏਗਾ? ਨੁਕਸਾਨ ਕਦੇ ਵੀ ਪਾਰਟੀ ਦਾ ਘੱਟ ਨੁਕਸਾਨ ਹੁੰਦਾ ਹੈ ਜਿਹੜਾ ਖੁਦ ਬੰਦਾ ਹੁੰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਲੀਡਰ ਜਿਹੜਾ ਹੁੰਦਾ ਹੈ, ਲੀਡਰ ਹਮੇਸ਼ਾ ਪਾਰਟੀ ਦੇ ਨਾਲ ਹੈ। ਜੇਕਰ ਅੱਜ ਭਗਵੰਤ ਮਾਨ ਦੀ ਦਿੱਖ ਹੈ, ਭਗਵੰਤ ਮਾਨ ਦੀ ਪਛਾਣ ਹੈ, ਉਹ ਕਿਹਦੇ ਕਰਕੇ? ਆਮ ਆਦਮੀ ਪਾਰਟੀ ਕਰਕੇ ਹੈ। ਇਹ ਤਾਂ ਜੇ ਤੁਸੀਂ ਕਹੋਗੇ ਕਿ ਮੈਂ ਇੰਡੀਪੈਂਡੈਂਟ ਲੜ ਕੇ ਸਾਰਾ ਕੁਝ ਜਿਹੜਾ ਹੈਗਾ ਬਦਲ ਦੂੰਗਾ, ਉਹ ਨਹੀਂ ਹੋ ਸਕਦਾ। ਇਹ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੈ। ਉਦੋਂ ਤਾਂ ਮੈਂ 17 ਸਾਲ ਦਾ ਸੀ ਜਦੋਂ ਲੋਕਾਂ ਨੇ ਮੈਨੂੰ ਭਗਵੰਤ ਮਾਨ ਬਣਾਤਾ ਸੀਗਾ। ਇਹ ਰਾਜਨੀਤਿਕ ਚੋਣਾਂ ਮੇਰਾ ਬਾਅਦ ਚ ਹੋਇਆ, ਕਹਿੰਦੇ ਮੈਨੂੰ ਤਾਂ ਤੁਸੀਂ ਪਿਆਰ ਦੇ ਕੇ ਪਹਿਲਾਂ ਹੀ ਬੜੇ ਚਿਰ ਦਾ ਜਿਤਾਇਆ ਹੋਇਆ ਸੀਗਾ ਭਗਵੰਤ ਮਾਨ, ਤਾਂ ਤੁਸੀਂ ਕਹਿੰਦੇ ਮੈਨੂੰ 17 ਸਾਲ ਦੀ ਉਮਰ ਚ ਬਣਾਵਾ। ਦੇਖੋ ਭਗਵੰਤ ਮਾਨ ਐਜ਼ ਏ ਕਲਾਕਾਰ ਉਹਨਾਂ ਨੂੰ 17 ਸਾਲ ਦੀ ਉਮਰ 'ਚ ਬਣਾਤਾ ਸੀਗਾ, ਪਰ ਐਜ਼ ਏ ਜਦੋਂ ਮੁੱਖ ਮੰਤਰੀ ਅਸੀਂ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਜਿਹੜਾ ਹੈਗਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪਾਰਟੀ ਦੀ ਅਨੁਸ਼ਾਸਨ ਜਿਹੜਾ ਹੈਗਾ ਉਹ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣੀ ਗੱਲ ਜਿਹੜੀ ਹੈਗੀ ਆ ਕੇਜਰੀਵਾਲ ਸਾਹਿਬ ਤੱਕ ਜਾਂ ਹੋਰ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਗੱਲ ਕਰਾਂਗਾ, ਔਰ ਉੱਥੇ ਤੱਕ ਆਪਣੀ ਗੱਲ ਜਿਹੜੀ ਪਹੁੰਚਾਉਣੀ ਚਾਹੀਦੀ ਹੈ। ਨਾਲ ਹੋਰੀ ਜਿਹੜੇ ਆ ਉਹ ਭਗਵੰਤ ਮਾਨ ਦੀ ਨਾਰਾਜ਼ਗੀ ਮੁੱਲ ਲੈ ਰਹੇ ਆ। ਤੁਹਾਨੂੰ ਲੱਗਦਾ ਨਹੀਂ ਕਿ ਭਗਵੰਤ ਮਾਨ ਤੋਂ ਬਿਨਾਂ ਤਾਂ ਪੰਜਾਬ ਦੇ ਵਿੱਚ ਆਪ ਦੇ ਕੋਲੇ ਕੇਜਰੀਵਾਲ ਦੇ ਕੋਈ ਇਹੋ ਜਿਹਾ ਲੀਡਰ ਹੀ ਹੈ ਨਹੀਂ ਜਿਹੜਾ ਭਗਵੰਤ ਮਾਨ ਦੀ ਜਿਹੜੀ ਕਮੀ ਪੂਰੀ ਕਰ ਸਕੇ ਤੇ ਜਿਹੜਾ ਟੱਕਰ ਉਹਨਾਂ ਨੂੰ ਦੇ ਸਕੇ? ਕੋਈ ਹੈ ਹੀ ਨਹੀਂ ਲੀਡਰ, ਤਾਂ ਫਿਰ ਭਗਵੰਤ ਮਾਨ ਕਿਉਂ ਨਹੀਂ? ਦੇਖੋ ਕੋਈ ਵੀ ਪਾਰਟੀ ਹੁੰਦੀ ਹੈ ਸੁਖਵਿੰਦਰ ਜੀ, ਉਹ ਇਕੱਲੇ ਲੀਡਰਾਂ ਦੇ ਨਾਂ ਤੇ ਨਹੀਂ ਚੱਲਦੀ, ਉਹ ਆਪਣੀਆਂ ਪਾਲਿਸੀਆਂ ਦੇ ਨਾਂ ਤੇ ਵੀ ਚੱਲਦੀ ਹੈ, ਉਹ ਆਪਣੀਆਂ ਨੀਤੀਆਂ ਦੇ ਨਾਂ ਤੇ ਵੀ ਚੱਲਦੀ ਹੈ, ਉਹ ਆਪਣੇ ਕਾਡਰ ਦੇ ਨਾਂ ਤੇ ਵੀ ਚੱਲਦੀ ਹੈ। ਜੇ ਆਪਾਂ ਕਹੀਏ ਕਿ ਭਗਵੰਤ ਮਾਨ ਜਿਹੜੇ ਨੇ ਉਹ ਪਾਰਟੀ ਤੋਂ ਉੱਪਰ ਹੋ ਗਏ ਨੇ, ਇਹ ਗੱਲ ਮੈਂ ਮੰਨਣ ਨੂੰ ਤਿਆਰ ਨਹੀਂ ਹਾਂ। ਪਾਰਟੀ ਦੇ ਵਿੱਚ ਮੈਂ ਫੇਰ ਕਹਾਂਗਾ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਹੁਣ ਤੱਕ ਜੋ ਉਹਨਾਂ ਨੇ ਕੀਤਾ ਪਾਰਟੀ ਦੇ ਲਈ ਬਹੁਤ, ਮੈਨੂੰ ਲੱਗਦਾ ਦਿਨ ਰਾਤ ਇੱਕ ਕੀਤੀ ਆ, ਖੂਨ ਪਸੀਨਾ ਬਹਾਇਆ।
ਇਹ ਪਾਰਟੀ ਵੀ ਜਾਣਦੀ ਹੈ ਇਸ ਗੱਲ ਨੂੰ। ਪਰ ਜੇ ਆਪਾਂ ਕਹੀਏ ਕਿ ਇਸ ਇਵਜ਼ ਦੇ ਵਿੱਚ ਉਹ ਇਸ ਗੱਲ ਲਈ ਰੁੱਸ ਜਾਣ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਬਣਾ ਰਹੇ ਔਰ ਅੱਜ ਹੀ ਕਿਉਂ ਨਹੀਂ ਬਣਾ ਰਹੇ, ਹੁਣੀ ਕਿਉਂ ਨਹੀਂ ਬਣਾ ਰਹੇ, ਇਹ ਇੱਕ ਕਿਸਮ ਦੀ ਅਨੁਸ਼ਾਸਨਹੀਨਤਾ ਦੀ ਗੱਲ ਕਰ ਰਹੇ ਹੋਣਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਲੋੜ ਹੈ ਪਾਰਟੀ ਨੂੰ ਇਕਮੁੱਠ ਕਰਨ ਦੀ। ਸਗੋਂ ਜਿਹੜੇ ਹੋਰ ਨਵੇਂ ਚਿਹਰੇ ਵੀ ਨੇ ਔਰ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਪੱਖੀ ਚਿਹਰੇ ਨੇ, ਜਿਹੜੇ ਪੰਜਾਬ ਦੀ ਹਮਦਰਦੀ ਕਰਦੇ ਆ, ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੁੰਦੇ ਆ, ਪੰਜਾਬ ਨੂੰ ਬਦਲਣਾ ਚਾਹੁੰਦੇ ਆ, ਸਗੋਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਇਸ ਵੇਲੇ ਇਹ ਨਹੀਂ ਹੈ ਕਿ ਪਾਰਟੀ ਜਿਹੜੀ ਹੈ ਜੇ ਇਸ ਤਰ੍ਹਾਂ ਦੀ ਟੁੱਟ ਭੱਜ ਹੋਏਗੀ ਤਾਂ ਇਹਦਾ ਨੁਕਸਾਨ 22 ਦੇ ਵਿੱਚ ਪਾਰਟੀ ਨੂੰ ਹੋਣ ਦੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਨੂੰ ਆਪਣਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਔਰ ਆਪਣੀ ਜਿਹੜੀ ਇਹ ਛੋਟੀ ਮੋਟੀ ਨਾਰਾਜ਼ਗੀ ਆ ਜਿਹੜੀ ਉਹ ਨਾਰਾਜ਼ਗੀ ਦੂਰ ਕਰਕੇ ਸਗੋਂ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਮੁੱਦਿਆਂ ਦੀ, ਪੰਜਾਬ ਦੇ ਜਿਹੜੇ ਇਸ ਵੇਲੇ ਵੱਡੇ ਸੰਕਟ ਨੇ ਉਹਦੇ ਵਿੱਚੋਂ ਕਿਵੇਂ ਕੱਢਿਆ ਜਾਵੇ ਉਹਦਾ ਬਲੂਪ੍ਰਿੰਟ ਤਿਆਰ ਕਰਕੇ ਪੰਜਾਬ ਦੇ ਲੋਕਾਂ 'ਚ ਜਾਣਾ ਚਾਹੀਦਾ ਹੈ। ਔਰ ਪੰਜਾਬ ਦੇ ਜਿਹੜੇ ਅਗਲੇ ਸਾਲਾਂ ਦਾ ਜਿਹੜਾ ਪ੍ਰੋਗਰਾਮ ਹੋਏਗਾ ਜਾਂ ਆਮ ਆਦਮੀ ਪਾਰਟੀ ਕੀ ਚਾਹੁੰਦੀ ਹੈ ਪੰਜਾਬ ਨੂੰ, ਕਿਸ ਤਰ੍ਹਾਂ ਦਾ ਪੰਜਾਬ, ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੀ ਹੈ, ਉਹ ਪ੍ਰੋਗਰਾਮ ਲੈ ਕੇ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਹੈ। ਇਹ ਬਹੁਤ ਛੋਟੀਆਂ ਗੱਲਾਂ ਨੇ ਕਿ ਤੁਸੀਂ ਸਿਰਫ ਮੁੱਖ ਮੰਤਰੀ ਦੇ ਤੌਰ ਤੇ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਹੋ, ਮੈਨੂੰ ਨਹੀਂ ਲੱਗਦਾ। ਜੇ ਤੁਸੀਂ ਇੱਕ ਚੰਗੇ ਲੀਡਰ ਦੇ ਤੌਰ ਤੇ, ਜਿਵੇਂ ਉਹਨਾਂ ਨੇ ਇੱਕ ਵਿਰੋਧੀ ਧਿਰ ਦੇ ਨਾਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੱਡੇ ਸਵਾਲ ਚੁੱਕੇ ਨੇ, ਲੋਕਾਂ ਨੂੰ ਸਵਾਲ ਪੁੱਛਣ ਲਾਇਆ, ਤਾਂ ਇਹ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਮੁੱਖ ਮੰਤਰੀ ਤੋਂ ਵੀ ਵੱਡੀ ਗੱਲ ਹੋਈ ਹੈ। ਸੋ ਜੇ ਅੱਜ ਪੰਜਾਬ ਵੱਖ-ਵੱਖ ਰਾਜਨੇਤਾਵਾਂ ਨੂੰ ਸਵਾਲ ਪੁੱਛਣ ਲੱਗਿਆ, ਇਹ ਕਿਹਨੇ ਲਾਇਆ? ਇਹ ਭਗਵੰਤ ਮਾਨ ਨੇ ਲਾਇਆ। ਲੋਕਾਂ ਨੂੰ, ਉਹਨਾਂ ਨੂੰ ਚੇਤਨ ਕੀਤਾ, ਲੋਕਾਂ ਨੂੰ ਕੌਨਸ਼ੀਅਸ ਕੀਤਾ। ਆਪਾਂ ਪਿਛਲੇ ਲਗਭਗ 6-7 ਸਾਲਾਂ ਤੋਂ ਜੇ ਆਪਾਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਦੀਆਂ ਜਿਹੜੀਆਂ ਸਵਾਲ ਸੀਗੇ ਉਹਨਾਂ ਨੇ ਬਹੁਤ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਕੌਨਸ਼ੀਅਸ ਕਰਕੇ, ਖਾਸ ਤੌਰ ਤੇ ਕਿਸਾਨਾਂ ਨੂੰ, ਪਿੰਡਾਂ ਦੇ ਜਿਹੜੇ ਆਮ ਲੋਕਾਂ ਨੂੰ, ਇਹਨਾਂ ਨੂੰ ਸਵਾਲ ਪੁੱਛਣ ਨਹੀਂ ਲਾਇਆ। ਉਹ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੀਬਿਊਸ਼ਨ ਭਗਵੰਤ ਮਾਨ ਦੀ ਹੈ। ਸੋ ਇਸ ਕਰਕੇ ਆਪਣੀ ਕੰਟਰੀਬਿਊਸ਼ਨ ਨੂੰ ਤੁਸੀਂ ਛੋਟਾ ਨਾ ਸਮਝੋ, ਸਿਰਫ ਇਹ ਨਾ ਸਮਝੋ ਕਿ ਮੈਂ ਸਿਰਫ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਹੀ ਜਿਹੜਾ ਹੈਗਾ ਪੰਜਾਬ 'ਚ ਜਾਵਾਂਗਾ। ਇਦਾਂ ਦੀ ਨਹੀਂ ਹੋਣੀ ਚਾਹੀਦੀ। ਰਾਜਨੀਤੀਵਾਨ ਜਿਹੜਾ ਹੁੰਦਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹਦੀ ਦਿੱਖ ਹੁੰਦੀ ਹੈ। ਔਰ ਮਾਨ ਸਾਹਿਬ ਦੀ ਤਾਂ ਵੈਸੇ ਹੀ ਪਹਿਲਾਂ ਹੀ ਦੇਖਿਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਉਹ ਇੱਕ ਕਲਾਕਾਰ ਦੇ ਤੌਰ ਤੇ ਲੋਕਾਂ ਨੇ ਉਹਨਾਂ ਨੂੰ ਸਿਰ ਤੇ ਬਿਠਾਇਆ, ਹੁਣ ਉਹ ਰਾਜਨੀਤੀਵਾਨ ਦੇ ਤੌਰ ਤੇ ਵੀ ਉਹਨਾਂ ਨੂੰ ਸਿਰ ਤੇ ਬਿਠਾਇਆ, ਜਿਹੜਾ ਵੱਡਾ ਕੱਦ ਬਣਾਇਆ। ਜ਼ਰੂਰ ਇਹ ਵੀ ਗੱਲ ਮੰਨਣ ਵਾਲੀ ਹੈ। ਤਾਂ ਉੱਥੇ ਹੀ ਜੇਕਰ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ, ਇੱਕ ਵਾਰ ਫਿਰ ਤੋਂ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਆਪਣੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਲੋਂ। ਕਿਸਾਨੀ ਨਾਲ ਜੁੜਿਆ ਹੋਇਆ ਮਸਲਾ, ਕੀ ਇਹ ਮਾਮਲਾ ਤੇ ਨਿਸ਼ਾਨੇ ਤੇ ਕਿਉਂ ਆ ਗਈ ਹੁਣ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੀ ਆਪਣੀ ਹੀ ਸਰਕਾਰ? ਸੁਖਵਿੰਦਰ ਜੀ ਦੇਖੋ, ਇਸ ਵੇਲੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਔਰ ਝੋਨੇ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਡੀਏਪੀ ਖਾਦਾਂ ਜਾਂ ਇਸ ਤੋਂ ਬਾਅਦ ਕਣਕ ਬੀਜੀ ਜਾਣੀ ਹੈ, ਤਾਂ ਇਹ ਡੀਏਪੀ ਦੀ ਜਿਹੜੀ ਖਾਦ ਹੁੰਦੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਸਾਨਾਂ ਦੇ ਲਈ। ਔਰ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਬੜਾ ਵੱਡਾ ਰੌਲਾ ਪਿਆ ਕਿ ਸ਼ਾਇਦ ਇਹ ਜਿਹੜੀ ਖਾਦ ਹੈ ਇਹ ਹੋਰ ਮਹਿੰਗੀ ਹੋਏਗੀ। 1200 ਰੁਪਏ ਦਾ ਥੈਲਾ ਇਸ ਵੇਲੇ ਮਿਲ ਰਿਹਾ ਹੈ ਔਰ 1200 ਦੀ ਜਗ੍ਹਾ ਉਹ ਕਹਿ ਦਿੰਦੇ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਮਹਿੰਗਾ ਕੀਤਾ ਜਾਏ। ਇੱਕ ਵੱਡੀ ਗੱਲ ਜਿਹੜੀ ਇਹ ਸਮੱਸਿਆ ਆ ਰਹੀ ਹੈ ਪੰਜਾਬ ਦੇ ਵਿੱਚ ਕਿ ਜਿਹੜੀ ਡੀਏਪੀ ਦੀ ਖਾਦ ਹੈ ਇਹ ਜ਼ਿਆਦਾਤਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਇਹ ਉਹਨਾਂ ਦੇ ਰਾਹੀਂ ਮਿਲਦੀ ਹੈ ਔਰ ਉਹਨਾਂ ਦੇ ਰਾਹੀਂ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਗਰੀਬ ਕਿਸਾਨ ਨੇ ਜਿਹੜੇ ਕਿ ਇਹ ਖਾਦ ਨਹੀਂ ਖਰੀਦ ਸਕਦੇ ਜਾਂ ਸਸਤੀ ਖਾਦ ਖਰੀਦਣਾ ਚਾਹੁੰਦੇ ਨੇ, ਤਾਂ ਇਹ ਉਹਨਾਂ ਦੇ ਇੱਕ ਫਾਇਦੇ ਦੇ ਲਈ ਬਣਾਈ ਗਈ ਸੀਗੀ। ਔਰ ਕੋਆਪਰੇਟਿਵ ਸੁਸਾਇਟੀਜ਼ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਮਾਇਨੇ ਰੱਖਦੀਆਂ ਨੇ। ਜੇ ਅੱਜ ਬਹੁਤ ਸਾਰੀਆਂ ਜਿਹੜੀਆਂ ਸਬਸਿਡੀਜ਼ ਨੇ ਕਿਸਾਨਾਂ ਨੂੰ ਮਿਲਦੀਆਂ ਉਹ ਕੋਆਪਰੇਟਿਵ ਸੁਸਾਇਟੀਜ਼ ਦੇ ਰਾਹੀਂ ਮਿਲਦੀਆਂ ਨੇ। ਜੇਕਰ ਹੁਣ ਕੈਪਟਨ ਸਾਹਿਬ ਨੇ ਇਹ ਕੋਆਪਰੇਟਿਵ ਸੁਸਾਇਟੀ ਨੂੰ ਖਤਮ ਕਰਨ ਦੀ ਜਿਹੜੀ ਹੈਗੀ ਹੈ ਨੀਤੀ ਅਪਣਾ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਹੁਣ ਜਿਹੜੀ ਹੈਗੀ ਹੈ 20 ਜਾਂ ਹੁਣ 30% ਜਿਹੜੀ ਹੈਗੀ ਹੈ, ਹੁਣ ਜਿਹੜਾ ਹੈਗਾ ਇਹ ਜਿਹੜੇ ਖਾਦਾਂ ਦੇ ਡੀਲਰ ਨੇ ਉਹਨਾਂ ਨੂੰ ਇਹਦੀ ਬਜਾਏ ਉਹਨੂੰ 50% ਕਰਾਂਗੇ ਉਹਨਾਂ ਨੂੰ। ਯਾਨੀ ਕਿ ਜੇ ਖਾਦ ਡੀਲਰਾਂ ਨੂੰ, ਯਾਨੀ ਕਿ ਤੁਸੀਂ ਜੇ ਪੂੰਜੀਪਤੀਆਂ ਨੂੰ, ਵਪਾਰੀਆਂ ਨੂੰ ਖਾਦ ਨੂੰ ਜਿਹੜਾ ਹੈਗਾ ਖਰੀਦਣ ਵੇਚਣ ਦਾ ਏਜੰਡਾ ਦਓਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਫਾਇਦਾ ਕਿਹਦਾ ਹੋਏਗਾ? ਇਹਦੇ ਨਾਲ ਫਾਇਦਾ ਉਹਨਾਂ ਵਪਾਰੀਆਂ ਦਾ ਹੋਏਗਾ। ਸੋ ਇਸ ਕਰਕੇ ਆਮ ਕਿਸਾਨ ਜਿਹੜੇ ਗਰੀਬ ਕਿਸਾਨ ਨੇ ਉਹ ਮਹਿੰਗੀ ਖਾਦ ਖਰੀਦਣ ਦੇ ਲਈ ਮਜਬੂਰ ਹੋ ਜਾਣਗੇ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਇੱਕ ਤਾਂ 50 ਤੋਂ ਜਿਹੜਾ 50% ਉਹਨਾਂ ਦਾ ਡੀਲਰ ਦਾ ਕਰ ਰਹੇ ਨੇ ਹਿੱਸੇਦਾਰੀ, ਉਹਨੂੰ ਘਟਾਉਣਾ ਚਾਹੀਦਾ ਹੈ ਔਰ ਜਿੰਨਾ ਇਹ ਘਟਾਉਣਗੇ ਉਨਾ ਹੀ ਕੋਆਪਰੇਟਿਵ ਸੁਸਾਇਟੀਜ਼ ਨੂੰ ਖਾਦ ਖਰੀਦਣ ਦੀਆਂ, ਜਿਹੜੀਆਂ ਖਾਦ ਦੇਣ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਦੇ ਉੱਤੇ ਜਿਹੜਾ ਹੈਗਾ ਰੰਧਾਵਾ ਸਾਹਿਬ ਨੇ ਬਹੁਤ ਅੱਛਾ ਸਟੈਂਡ ਲਿਆ ਹੈ
ਔਰ ਕਿਸਾਨਾਂ ਦੇ ਪੱਖ 'ਚ ਸਟੈਂਡ ਲਿਆ ਹੈ ਔਰ ਆਪਣੀ ਹੀ ਸਰਕਾਰ ਕੈਪਟਨ ਸਾਹਿਬ ਦੀ ਸਰਕਾਰ ਘੇਰੀ ਹੈ। ਔਰ ਜੇਕਰ ਇਹ ਗੱਲ ਸੱਚੀ ਹੁੰਦੀ ਹੈ ਤਾਂ ਇਹਦੇ ਨਾਲ ਕੀ ਹੋਏਗਾ ਕਿ ਲਗਭਗ 400 ਜਾਂ 500 ਰੁਪਇਆ ਜਿਹੜਾ ਹੈਗਾ ਖਾਦ ਦਾ ਰੇਟ ਜਿਹੜਾ ਹੈਗਾ ਪਰ ਥੈਲਾ ਉਹ ਵਧਣ ਦੀਆਂ ਸੰਭਾਵਨਾਵਾਂ ਨੇ। ਔਰ ਪਹਿਲਾਂ ਹੀ ਆਪਾਂ ਨੂੰ ਪਤਾ ਹੈ ਕਿ ਖਾਦ ਦੇ ਕਰਕੇ ਜਾਂ ਹੋਰ ਮਹਿੰਗਾਈ ਦੇ ਕਰਕੇ, ਤੇਲ ਦੇ, ਪੈਟਰੋਲ ਡੀਜ਼ਲ ਕਰਕੇ ਸਾਡਾ ਕਿਸਾਨ ਜਿਹੜਾ ਹੈਗਾ ਮਹਿੰਗਾਈ ਦੀ ਮਾਰ ਝੱਲ ਰਿਹਾ, ਕਰਜ਼ੇ ਥੱਲੇ ਆ ਰਿਹਾ। ਤਾਂ ਇਸ ਨਾਲ ਕੀ ਹੋਏਗਾ ਕਿ ਹੋਰ ਕਰਜ਼ਾ ਜਿਹੜਾ ਹੈਗਾ ਕਿਸਾਨ ਦੇ ਸਿਰ ਤੇ ਵਧੇਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਰੰਧਾਵਾ ਸਾਹਿਬ ਨੇ ਇੱਕ ਵਧੀਆ ਸਟੈਪ ਲਿਆ ਹੈ ਔਰ ਚਿੱਠੀ ਲਿਖ ਕੇ ਕੈਪਟਨ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਨੂੰ ਵਾਪਸ ਲਓ ਔਰ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਨੂੰ ਹੋਰ ਡਿਵੈਲਪ ਕਰੋ। ਸਗੋਂ ਹੋਰ ਜਦੋਂ ਬਣਦਾ ਤਾਂ ਇਹ ਸੀਗਾ ਕਿ ਹੋਰ ਜ਼ਿਆਦਾ ਪਰਸੈਂਟੇਜ ਉਹਨਾਂ ਦੀ ਜਿਹੜੀ ਖਾਦ ਲੈਣ ਦੀ ਸਮਰੱਥਾ ਹੈ ਉਹਨੂੰ ਵਧਾਉਣ ਦੀ ਲੋੜ ਸੀਗੀ, ਪਰ ਸਗੋਂ ਉਲਟਾ ਕੈਪਟਨ ਸਾਹਿਬ ਉਸ ਸਮਰੱਥਾ ਨੂੰ ਘਟਾ ਰਹੇ ਨੇ। ਸਗੋਂ 50% ਜਿਹੜਾ ਹਿੱਸਾ ਹੈ ਉਹ ਵਪਾਰੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਚੀਜ਼ ਦੇ ਬਾਰੇ ਰੰਧਾਵਾ ਸਾਹਿਬ ਨੇ ਬਹੁਤ ਅੱਛੀ ਵਧੀਆ ਗੱਲ ਹੈ ਕਿ ਕਿਸਾਨਾਂ ਦੇ ਪੱਖ 'ਚ ਉਹਨਾਂ ਨੇ ਫੈਸਲਾ ਲੈ ਕੇ ਕੈਪਟਨ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸੁਖਵਿੰਦਰ ਜੀ, ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਦੀ ਮਦਦ ਕੀਤੀ ਜਾਵੇ। ਕਹਿੰਦੇ ਕਿ ਰਾਜ ਉਹ ਫਿਰ ਗੱਲਬਾਤ ਬਣੇਗੀ, ਫਿਰ ਕਿਸਾਨੀ ਜਿਹੜੀ ਉਹ ਸਿੱਧੀ ਜਾਵੇਗੀ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਕੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਵੱਡਾ ਫੈਸਲਾ ਲੈ ਸਕਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮੱਦੇਨਜ਼ਰ? ਸੁਖਵਿੰਦਰ ਜੀ ਦੇਖੋ, ਇੱਕ ਪਾਸੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਜਿਹੜਾ ਹੈਗਾ ਖਾਸ ਤੌਰ ਤੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਵੱਖ-ਵੱਖ ਲੀਡਰ ਸਾਹਿਬਾਨ ਦੇ ਨਾਲ, ਵੱਖ-ਵੱਖ ਪਾਰਟੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀਆਂ, ਉੱਥੇ ਉਹਨਾਂ ਨੇ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹੈਗਾ ਆਪਣਾ ਰਾਜਨੀਤਿਕ ਜਿਹੜਾ ਪ੍ਰਚਾਰ ਹੈ ਉਹ ਬੰਦ ਕਰ ਦਿਓ। ਜਿੰਨੀ ਦੇਰ ਚੋਣਾਂ ਦਾ ਬਿਗਲ ਨਹੀਂ ਵੱਜਦਾ, ਜਿੰਨੀ ਦੇਰ ਚੋਣ ਕਮਿਸ਼ਨ ਜਿਹੜਾ ਹੈਗਾ ਚੋਣਾਂ ਨੂੰ ਨਹੀਂ ਅੱਗੇ ਕਰਦਾ, ਤਾਂ ਉਹ ਡੇਟਸ ਜਦੋਂ ਜਿੰਨੀ ਦੇਰ ਨਹੀਂ ਆਉਂਦੀਆਂ ਤਾਂ ਉਨੀ ਦੇਰ ਤੁਸੀਂ ਚੁੱਪ ਰਹੋ ਔਰ ਆਪਣੀ ਜਿਹੜੀ ਕਾਰਵਾਈ ਆ ਚੁੱਪ ਰਹਿ ਕੇ ਕਰੋ। ਯਾਨੀ ਕਿ ਮਤਲਬ ਕਹਿਣ ਤੋਂ ਭਾਵ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਰਾਜਨੀਤਿਕ ਸਰਗਰਮੀਆਂ ਨੇ ਉਹਨੂੰ ਉਸ ਤੇਜ਼ੀ ਦੇ ਨਾਲ ਨਾ ਵਧਾਓ। ਜੇ ਇਹੀ ਪਾਰਟੀਆਂ ਅੱਜ ਇਹ ਕਹਿੰਦੀਆਂ ਨੇ ਕਿ ਅਸੀਂ ਖੁਦ ਹੀ ਜਿਹੜੇ ਹੈਗੀਆਂ ਨੇ ਅਸੀਂ ਆਪ ਖੜੇ ਹੋਵਾਂਗੇ, ਆਪ ਅਸੀਂ ਸਾਰਾ ਕੁਝ ਕਰਾਂਗੇ, ਤਾਂ ਇਹ ਬਿਲਕੁਲ ਇੱਕ ਵਿਰੋਧਾਭਾਸ ਲੱਗਦਾ, ਬਿਲਕੁਲ ਆਪਣੇ ਵਿਚਾਰਾਂ ਤੋਂ ਉਲਟ ਗੱਲ ਲੱਗਦੀ ਹੈ। ਸੋ ਅੱਜ ਕੀ ਲੋੜ ਹੈ? ਅੱਜ ਬੁਨਿਆਦੀ ਲੋੜ ਕਿਸਾਨੀ ਦੀ ਕੀ ਹੈ? ਉਹ ਹੈ 3 ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣਾ ਔਰ ਇੱਕ ਨਵਾਂ MSP ਵਾਲਾ ਕਾਨੂੰਨ ਲਾਗੂ ਕਰਵਾਉਣਾ। ਸੋ ਜੇ ਤਾਂ ਇਹ ਲਾਗੂ ਹੋ ਜਾਂਦੇ ਨੇ, ਜੇ ਸਾਰੀਆਂ ਚੀਜ਼ਾਂ MSP ਵਾਲੇ ਜਿਹੜੇ ਕਾਨੂੰਨ ਲਾਗੂ ਹੁੰਦਾ ਹੈ ਔਰ 3 ਕਾਲੇ ਕਾਨੂੰਨ ਵਾਪਸ ਹੁੰਦੇ ਨੇ, ਫਿਰ ਤਾਂ ਜ਼ਰੂਰ ਦੇਖੋ ਇਹ ਕੰਮ ਦੇ ਉੱਤੇ ਸਮਾਂ ਜਿਹੜਾ ਹੈਗਾ ਚਾਹੀਦਾ, ਤੁਹਾਨੂੰ ਸਮਾਂ ਵੀ ਚਾਹੀਦਾ, ਤੁਹਾਨੂੰ ਪੈਸਾ ਵੀ ਚਾਹੀਦਾ, ਤੁਹਾਨੂੰ ਸੰਗਠਨ ਵੀ ਚਾਹੀਦਾ। ਬਹੁਤ ਸਾਰੀਆਂ ਜਦੋਂ ਤੁਸੀਂ ਚੋਣਾਂ ਲੜਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਇਹ ਤਾਂ ਹੈ ਨਹੀਂ ਕਿ ਕੋਈ ਬੰਦਾ ਅੱਜ ਨਵਾਂ ਖੜਾ ਹੋ ਜੇ ਤੇ ਉਹਨੂੰ ਲੋਕ ਵੋਟਾਂ ਪਾ ਦੇਣਗੇ, ਇਹ ਕਦੇ ਵੀ ਨਹੀਂ ਹੁੰਦਾ। ਸੋ ਇਸ ਕਰਕੇ ਉਹਦੇ ਲਈ ਇੱਕ ਬਕਾਇਦਾ ਤੌਰ ਤੇ ਪਲੈਨਿੰਗ ਚਾਹੀਦੀ ਹੁੰਦੀ ਹੈ, ਜਥੇਬੰਦਕ ਢਾਂਚਾ ਚਾਹੀਦਾ ਹੁੰਦਾ ਹੈ। ਉਹਦੇ ਲਈ ਬਹੁਤ ਜਿਹੜਾ ਹੈਗਾ ਕਰੋੜਾਂ ਰੁਪਈਆ ਤੁਹਾਨੂੰ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ ਮੰਨ ਲਓ ਝੰਡੇ ਵੀ ਤੁਹਾਡਾ ਇੱਕ ਨਿਸ਼ਾਨ ਚਿੰਨ੍ਹ ਵੀ ਹੋਏਗਾ, ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ, ਉਹਦੇ ਲਈ ਪੈਸਾ ਤੁਹਾਨੂੰ ਲੋੜ ਹੈ। ਸੋ ਮੈਂ ਨਹੀਂ ਕਹਿੰਦਾ ਕਿ ਉਹ ਸਾਰਾ ਚੀਜ਼ਾਂ ਹੋ ਸਕਦੀਆਂ ਨੇ, ਪਰ ਉਹਦੇ ਲਈ ਸਮਾਂ ਕਿੱਥੇ ਚਾਹੀਦਾ? ਅੱਜ ਸਮਾਂ ਕੀ ਹੈ? ਅੱਜ ਸਮਾਂ ਹੈਗਾ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਕੇ ਸਗੋਂ ਉਹ ਪ੍ਰੈਸ਼ਰ ਬਣਾਉਣ ਦਾ। ਸੋ ਚੜੂਨੀ ਸਾਹਿਬ, ਮੈਂ ਫਿਰ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਚੜੂਨੀ ਸਾਹਿਬ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਇੱਧਰ ਉੱਧਰ ਭਟਕਾਉਣ ਦੀ ਕੋਸ਼ਿਸ਼ ਨਾ ਕਰਨ। ਉਹ ਸਿੱਧਾ ਇਸ ਵੇਲੇ ਜਿਵੇਂ ਅਰਜਨ ਨੂੰ ਇੱਕੋ ਹੀ ਏਜੰਡਾ ਦਿਖਦਾ ਸੀਗਾ ਕਿ ਮੱਛੀ ਦੀ ਅੱਖ 'ਚ ਤੀਰ ਮਾਰਨਾ। ਸੋ ਇਸ ਵੇਲੇ ਕਿਸਾਨਾਂ ਦਾ ਮੈਨੂੰ ਲੱਗਦਾ ਹੈ ਕਿ ਇੱਕੋ ਇੱਕ ਏਜੰਡਾ ਹੈ, ਆਪਣੀਆਂ ਨਸਲਾਂ, ਆਪਣੀਆਂ ਫਸਲਾਂ ਨੂੰ ਬਚਾਉਣ ਦਾ, ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦਾ। ਔਰ ਇਹੀ ਜੇ ਆਪਾਂ ਬਚਾ ਗਏ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਗੱਲ ਹੋਏਗੀ। ਪਹਿਲਾਂ ਇਹ ਲੋੜ ਹੈ, ਬਾਅਦ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ, ਪੋਲੀਟੀਕਲ ਕਾਰਵਾਈਆਂ, ਇਹ ਤੁਸੀਂ ਕਰ ਸਕਦੇ ਹੋ। ਇਹਦੇ ਲਈ ਬਹੁਤ ਮੌਕਾ ਹਜੇ ਤੁਹਾਨੂੰ ਮਿਲੇਗਾ, ਹਰਿਆਣੇ ਦੇ ਵਿੱਚ ਵੀ ਮਿਲੇਗਾ, ਪੰਜਾਬ ਦੇ ਵਿੱਚ ਵੀ, UP ਦੇ ਵਿੱਚ ਵੀ ਮਿਲੇਗਾ, ਬਹੁਤ ਹਰ ਥਾਵਾਂ ਦੇ ਉੱਤੇ ਮਿਲੇਗਾ। ਇੱਕ ਤੁਸੀਂ ਹੀਰੋ ਦੇ ਤੌਰ ਤੇ ਜਾਣੇ ਜਾਵੋਗੇ। ਲੋਕ ਤੁਹਾਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਇਹ ਮੰਨਣਗੇ ਕਿ ਤੁਸੀਂ ਸਾਡੇ ਕਾਲੇ ਕਾਨੂੰਨ ਵਾਪਸ ਕਰਕੇ ਆਏ ਹੋ, ਇਸ ਲਈ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ। ਸੋ ਫਿਰ ਤਾਂ ਤੁਹਾਡੀ ਗੱਲ ਬਣਦੀ ਹੈ। ਜੇ ਤੁਸੀਂ ਵਿੱਚ ਵਿਚਾਲੇ ਛੱਡ ਕੇ ਇਹ ਸਾਰਾ ਫੋਕਸ ਆਪਣਾ ਵੋਟਾਂ ਤੇ ਕਰ ਦੋਗੇ ਤਾਂ ਲਾਜ਼ਮੀ ਤੌਰ ਤੇ ਇਹੀ BJP ਚਾਹੁੰਦੀ ਹੈ। ਔਰ BJP ਦਾ ਇਹੀ ਏਜੰਡਾ ਹੈ ਕਿ ਕਿਸਾਨਾਂ ਦਾ ਧਿਆਨ ਦੂਜੇ ਪਾਸੇ ਲਾ ਦਿਓ। ਸੋ ਇਸ ਕਰਕੇ ਅਸੀਂ BJP ਦੇ ਜਾਲ ਦੇ ਵਿੱਚ ਨਾ ਫਸੀਏ। ਕਿਸਾਨਾਂ ਨੂੰ ਇਸ ਵੇਲੇ ਇਹੀ ਚਾਹੀਦਾ ਕਿ ਆਪਣਾ ਫੋਕਸ ਸਿਰਫ ਤੇ ਸਿਰਫ 3 ਕਾਲੇ ਕਾਨੂੰਨ ਵਾਪਸ ਕਰਾਉਣ ਔਰ MSP ਵਾਲਾ ਨਵਾਂ ਕਾਨੂੰਨ ਲਾਗੂ ਕਰਾਉਣ ਦੇ ਉੱਤੇ ਫੋਕਸ ਕਰਨ
ਔਰ ਇੱਧਰ ਉੱਧਰ ਜਿਹੜੀਆਂ ਵੀ ਕੋਈ ਗੱਲਾਂ ਕਰਦਾ ਹੈ ਉਹਨਾਂ ਦੇ ਬਹੁਤਾ ਧਿਆਨ ਨਾ ਦਿੱਤਾ ਜਾਵੇ। ਸੋ ਚੜੂਨੀ ਸਾਹਿਬ ਨੂੰ ਵੀ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਇੱਕ ਵਾਰੀ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸੀ, ਤੁਹਾਨੂੰ ਵੀ ਯਾਦ ਹੋਏਗਾ ਜਦੋਂ ਇਦਾਂ ਦਾ ਬਿਆਨ ਆਇਆ ਸੀਗਾ। ਉਹ ਬਾਰ-ਬਾਰ ਇਦਾਂ ਦੇ ਬਿਆਨ ਕਿਉਂ ਦੇ ਰਹੇ ਨੇ? ਇਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਹਾਂ, ਜੇਕਰ ਉਹਨਾਂ ਦੀ ਆਪਣੀ ਲੜਨ ਦੀ ਇੱਛਾ ਹੈ, ਉਹ ਆਪ ਕਹਿ ਰਹੇ ਨੇ ਮੈਂ ਤਾਂ ਲੜਨਾ ਨਹੀਂ ਹੈ, ਜੇ ਉਹਨਾਂ ਨੂੰ ਲੜਨ ਦੀ ਇੱਛਾ ਤਾਂ ਲੜਨ। ਜੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ 'ਚ ਆ ਕੇ ਉਹ ਆਪਣੀ ਉਹਨਾਂ ਦੀ ਪੂਰੀ ਹੋਣੀ ਹੈ ਤਾਂ ਉਹ ਹੋ ਸਕਦੀ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਕੀ ਕਿਸਾਨ ਜਥੇਬੰਦੀਆਂ ਨੂੰ ਇਸ ਕੰਮ ਦੇ ਵਿੱਚ ਲੱਗਣ ਦੀ ਬਜਾਏ ਆਪਣਾ ਫੋਕਸ ਸਾਰਾ ਦਾ ਸਾਰਾ ਇਸ ਵੇਲੇ ਇਹੀ ਸਮਾਂ ਇਹਦੀ ਮੰਗ ਕਰਦਾ ਹੈ ਕਿ ਸਾਨੂੰ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਨਾ ਕਿ ਇੱਧਰ ਉੱਧਰ ਧਿਆਨ ਕੇਂਦਰਿਤ ਕਰੀਏ। ਸੋ ਇਹ ਮੈਨੂੰ ਲੱਗਦਾ ਹੈ ਕਿ ਚੜੂਨੀ ਸਾਹਿਬ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ। ਔਰ ਜੇਕਰ ਉਹਨਾਂ ਦੀ ਇੱਛਾ ਹੈ ਆਪਣੀ ਚੋਣ ਲੜਨ ਦੀ ਤਾਂ ਹੁਣ ਯੂਪੀ, ਉੱਤਰਾਖੰਡ, ਪੰਜਾਬ, ਜਿੱਥੇ ਵੀ ਉਹ ਚਾਹਣ ਕਿ ਉਹਨਾਂ ਦੀ ਇੱਛਾ ਹੈ ਇਕੱਲੇ ਤੌਰ ਤੇ, ਇੰਡੀਪੈਂਡੈਂਟ ਤੌਰ ਤੇ ਜਾਂ ਕਿਸਾਨ ਜਥੇਬੰਦੀ ਦੇ ਨਾਂ ਤੇ, ਤਾਂ ਉਹ ਜ਼ਰੂਰ ਲੜ ਸਕਦੇ ਨੇ ਕਿਉਂਕਿ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਹਰ ਕਿਸੇ ਦਾ ਹੱਕ ਹੈ। ਔਰ ਪਰ ਇਸ ਵੇਲੇ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਲੋੜ ਜੇ ਜ਼ਿਆਦਾ ਹੈਗੀ ਹੈ ਆਪਣੇ 3 ਕਾਲੇ ਕਾਨੂੰਨ ਨੂੰ ਜਿਹੜਾ ਹੈਗਾ ਵਾਪਸ ਕਰਨਾ ਔਰ ਨਵਾਂ ਕਾਨੂੰਨ ਜਿਹੜਾ ਹੈਗਾ ਲਾਗੂ ਕਰਵਾਉਣਾ। ਸੁਖਵਿੰਦਰ ਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਵੱਲੋਂ ਇਹਨਾਂ ਹੈ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।